ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆਂਡ ਦਾਮ ਕੋ ਸ਼ੀਪਰੋ, ਹੋਇਓ ਲਖੀਣਾ। ਰਹਾਓ ਬੁਨ ਨਾ ਤਨ ਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ। ਨੀਚ ਕੁਲਾਂ ਜੋ ਲਾਹਾਰਾ, ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਸੈਨ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮਹਿ ਗਣਿਆ। ਇਹ ਬਿਦ ਸੁਣ ਕੈ ਜਾਟਰੋ, ਉਠ ਭਗਤੀ ਲਾਗਾ। ਮਿਲੇ ਪਰ ਤਖ ਗੁਸਾਈਆਂ, ਧੰਨਾ ਵੱਡ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 487 ਅਤੇ 88 ਦੇ ਉੱਪਰ ਸੁਭਾਏਮਾਨ ਹੈ। ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਇਹਦੀ ਭੂਮਿਕਾ ਨੂੰ ਸਮਝਣਾ ਅਤ ਲਾਜ਼ਮੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰਾਗ ਦੀ ਗੱਲ ਕਰਦੇ ਹਾਂ ਤੇ ਆਸਾ ਰਾਗ ਚੱਲ ਰਿਹਾ, ਜੋ ਸਾਡੀ ਲੜੀਵਾਰ ਕਥਾ ਹੈ। ਆਸਾ ਰਾਗ ਦੇ ਅੰਦਰ ਭਗਤ ਬਾਣੀ ਆ ਰਹੀ ਹੈ। ਇਹਨਾਂ ਦੀ ਜਦੋਂ ਆਪਾਂ ਪਿਛਲੇ ਦਿਨਾਂ 'ਚ ਵਿਚਾਰ ਸ਼ੁਰੂ ਕੀਤੀ ਸੀ ਤੇ ਮੈਂ ਪਰਸੋਂ ਬੇਨਤੀ ਕੀਤੀ ਸੀ ਕਿ ਇਹ ਜਿਹੜੇ ਗਾਂ ਸ਼ਬਦ ਆਉਣੇ ਨੇ ਭਗਤ ਧੰਨਾ ਜੀ ਨੇ, ਕਿਉਂਕਿ ਉੱਪਰ ਹੈਡਿੰਗ ਆਇਆ ਸੀ ਆਸਾ ਬਾਣੀ ਭਗਤ ਧੰਨੇ ਜੀ ਕੀ। ਆਸਾ ਰਾਗ ਦੇ ਅੰਦਰ ਦੋ ਸ਼ਬਦ ਭਗਤ ਧੰਨਾ ਜੀ ਦੇ ਨੇ। ਇੱਕ ਦੀ ਆਪਾਂ ਪਿਛਲੇ ਦਿਨਾਂ 'ਚ ਵਿਚਾਰ ਕੀਤੀ ਹੈ ਤੇ ਇੱਕ ਦੀ ਕੱਲ੍ਹ ਨੂੰ ਕਰਾਂਗੇ। ਪਰ ਦੋਨਾਂ ਸ਼ਬਦਾਂ ਦੇ ਵਿੱਚ ਇੱਕ ਸ਼ਬਦ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਇਹਨਾਂ ਦੋਨਾਂ ਸ਼ਬਦਾਂ ਦੇ ਵਿਚਕਾਰ ਜਿਹੜਾ ਉਹ ਦਰਜ ਕੀਤਾ ਹੋਇਆ ਹੈ। ਇਹਦੇ ਬਾਰੇ ਕੁਝ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਇਹ ਸ਼ਬਦ ਭਗਤ ਧੰਨਾ ਜੀ ਦਾ ਹੈ, ਪਰ ਵਿਆਕਰਨ ਪ੍ਰਕਰਨ ਗੁਰਬਾਣੀ ਦਾ ਜੋ ਪ੍ਰਕਰਨ ਸਾਨੂੰ ਇਹ ਗੱਲ ਸਮਝਾਉਂਦਾ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ। ਉਹਦਾ ਇੱਕ ਕਾਰਨ ਹੈ, ਮੈਂ ਉਦਣ ਹਲਕਾ ਜਿਹਾ ਟੱਚ ਦਿੱਤਾ ਸੀ ਕਿ ਭਗਤ ਧੰਨਾ ਜੀ ਦੇ ਬਾਰੇ ਇਹ ਗੱਲ ਮਨੌਤ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਪਾਇਆ। ਤੇ ਮੈਂ ਸੋਚ ਰਿਹਾ ਸੀ ਜੇ ਅੱਜ ਅਸੀਂ 22ਵੀਂ 21ਵੀਂ ਸਦੀ ਦੇ ਵਿੱਚ ਜਾ ਕੇ ਵੀ ਇਹ ਗੱਲ ਸੋਚਦੇ ਹਾਂ ਕਿ ਪੱਥਰ ਦੇ ਵਿੱਚੋਂ ਰੱਬ ਨਿਕਲਦਾ ਏ, ਮੈਨੂੰ ਮਾफ़ ਕਰਨਾ, ਫਿਰ ਇਹਦਾ ਭਾਵ ਇਹ ਅਸੀਂ ਪੜ੍ਹ ਲਿਖ ਤੇ ਬੜੇ ਗਏ ਪਰ ਰੂਹਾਨੀਅਤ ਵਾਲੇ ਪਾਸੇ ਅਕਲ ਨੂੰ ਜਿੰਦਰੇ ਮਾਰੇ ਹੋਏ ਨੇ। ਭਗਤ ਧੰਨਾ ਜੀ ਦੇ ਬਾਰੇ ਇੱਕ ਜਿਹੜੀ ਸਾਖੀ ਪ੍ਰਚਲਿਤ ਹੈ
उस साखी नूं मैं तुहाडे नाल साझा करके ते ये गुरु अर्जन साहब जी का बचन तुहाडे नाल साझा करना चाहुंदा। जिहड़ा अज दा शब्द गुरु अर्जन साहब ने दिता है ना, इहदे विच कुछ भगतां दीयां वणगियां दित्तियां ने। उन्हां च भगत नामदेव जी, भगत कबीर जी, भगत रविदास ते भगत सैन जी, इन्हां 4 भगतां दा जिक्र कीता है। इन्हां 4 भगतां दा जिक्र करके अखीर ते गुरु अर्जन साहब कहणगे, आपां पढ़ांगे कि यह बिद सुन कै जाटरो उठ भगती लगा। आ तरीका सुनिया भगत धन्ना जी ने ते वो बंदगी दे विच लगे। पर वो तरीका किहड़ा सी वो सानू बाणी दसेगी। पर पहला आपां भगत धन्ना जी दी वो मिथਿਆਸ जिहड़ा है जो साखी प्रचलित उन्होंने सांझी कर लईए। इनू भाई गुरदास जी उन्होंने कलमबद्ध किया। एक गल याद रखियो, जो भाई गुरदास जी कुछ लिखते हैं ना, उन्हों दी 2 रचनावां साडे कोल ने। एक भाई गुरदास जी के कवित सवैये ने, एक भाई गुरदास जी दीयां वारां ने। एक उदाहरण जिवें आपां शब्द पढ़ते हैं, सतगुर नानक प्रगटिया मिटी धुंध जग चानन होआ, ये भाई गुरदास जी दीयां वारां च आउंदा है। जिवें एक सवैया पढ़िया जाता, सौखा सौखा समझा देना, ये चरण शरण गुर एक पैंडा जाए चल सतगुर कोट पैंडा आगे होए लेत है। ये उन्हां दे सवैये ने, कवित सवैये ने। सो जिहड़ा सवैया है, सवैये दीयां 4 तुकां हुंदियां ने। 4 पहलियां 3 तुकां च उदाहरण दे के ते चौथी च गुरमत समझाई जाती है। ਜਿਹੜੀਆਂ ਵਾਰਾਂ ਨੇ तकरीबन एक वार ਦੀ ਜਿਹੜੀ पौड़ी है, एक पौड़ी है, ਉਹਦੀ एक पौड़ी ਦੇ ਵਿੱਚ ਆਪਾਂ ਦੇਖਦੇ ਹਾਂ कि 10 ਤੁਕਾਂ ਨੇ। 10 ਪਹਿਲੀਆਂ 9 ਤੁਕਾਂ ਦੇ ਵਿੱਚ ਉਸ ਸਮੇਂ ਦੀ ਮਨੌਤ ਦੱਸ ਕੇ ਤੇ ਅਖੀਰ ਦੇ ਉੱਤੇ ਉਹਦਾ ਨਿਚੋੜ ਕੱਢਿਆ ਜਾਂਦਾ ਹੈ। ਇਹ ਭਾਈ ਗੁਰਦਾਸ ਜੀ ਦਾ ਜਿਹੜਾ ਲਿਖਣ ਦਾ ਇਹ ਢੰਗ ਹੈ। ਇਉਂ ਕਹਿ ਲਈਏ ਕਿ ਭਾਈ ਗੁਰਦਾਸ ਜੀ ਸਿੱਖੀ ਦੇ ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਨੇ। ਉਹਨਾਂ ਦੀ ਅੰਮ੍ਰਿਤ ਬਾਣੀ ਨੂੰ ਜਿਹੜਾ ਹੈ ਉਹ गुरबाणी की कुंजी भी कह के सत्कारिया जाता है। हुण भाई गुरदास जी ने यह व्याख्या की हुई है कि भाई आ लोगों की मनौत है, पर असी बजाए इस शब्द नूं गुरु अर्जन साहब जी के जिहड़ा अज पढ़ना इनू पढ़न दे भाई गुरदास जी की पौड़ी नूं लैके ते असी अखीरला जिहड़ा सी वो स्टेटमेंट दे के ते प्रचार दिता। देखो जी भाई साहब कहिंदे ने। हुण उत्थे भाई साहब एक जिहड़ी कविता जिहड़ी है एक लिखते हैं, कहानी दर्ज करते हैं कावक रूप दे विच। जदों कावक रूप लिखिया जाता, एक गल याद रखियो, वार्तक ते कावक दे विच अंतर हुंदा है। एक वार्तक लिखिया जाता, एक कावक लिखिया जाता। वार्तक दे विच नाटक लिखिया जाता है। नाटक दे विच डायलॉग हुंदे ने, उन्हां डायलॉग दे विच जिहड़ा है वो पात्र चित्रण करके सवाल जवाब कराए जाते हैं। इहदा कावक रूप दे विच बहुत घट मिलता है। हुण होया कि जो भाई साहब वो पौड़ी लिखते हैं, मैं पहला अर्थ सौखे जी कहानी दस देवां फिर पौड़ी पढ़ देंगा। भगत धन्ना जी देसी जे बंदे ने, जट जिमीदारां दे नाल संबंधित है। आम उन्हां समयां दे विच की हुंदा सी कि जिहड़े किसान सन, जिहड़े जिमीदार सन, वो खेत नहीं सी वाहुंदे। हल हुल दा काम ज़्यादा नहीं सी चलदा, किते किते वाहुणा। जिहड़े पशु रखे हुंदे सन ना दुੱਧ दध चोण नूं, उन्हां नूं उदां ही चरा के लै आंदा जांदा सी, क्योंकि उन्हां समयां 'च वो आम घाह फूस बड़ा हुंदा सी, उत्थों चार ले जाते सन। भगत धन्ना जी रोज़ जिहड़े ने वो डंगर लैके चारन वास्ते जाते हैं। तो रस्ते दे विच एक जिहड़ा मंदिर पैंदा है, उस मंदिर दे विच हुण उहिओ टाइम पुजारी दे मंदिर दे विच आउंदा, उहिओ टाइम जिहड़ा भगत धन्ना जी दे डंगर बाहर लैके जाण दा है। पिंडां वालिआं जदों धुप्प चढ़नी उदों चलों काम करके आपां वापस आ जांदे आ। हुण भगत धन्ना जी रोज़ मंदिर के अगों गुजरते हैं, वो की देखते हैं कि एक पंडित जी आउंदे ने, उन्हां दे हत्थ दे विच एक लस्सी का लोटा हुंदा है, एक पकवान की थाली हुंदी है, ते मंदिर के अंदर एक पत्थर रखिया हुंदा जिन्हों वो ठाकुर कहिंदे ने। उस ठाकुर नूं जिहड़ा लस्सी दे नाल चंगी तरह धो मांज के ते उहदे अगे थाली कीती जाती है, तो वो ये कहा जाता जी भोग लवाता जी, ठाकुर ने छक लिया। भगत धन्ना रोज़ वेखदा भी इदां दा काम रोज़ चलदा है, तो पंडित जिहड़ा बह के ठाकुर दे कोल बड़ा रब रब करदा है। हुण मन च फुरना आया भी मसला की अंदर चलदा है कि अंदर रोटी जिहड़ा पत्थर है, जिहड़ा रब है, वो खांदा होवेगा। हुण इत्थे एक गल समझण वाली है, जिहड़ा नीवीं जात वाला जिहड़ा शूदर है, उन्हूं मंदिर दे विच वड़न नहीं दिता जांदा। भगत धन्ना जी नूं जानकारी कोई नहीं, नॉलेज नहीं हैगी, क्योंकि उन्हां नूं मंदिरां दे विच वड़न नहीं दिता जांदा। वो फिर हुण पंडित नूं जिहड़े सवाल करते हैं कि पंडित जी तुसीं करदे की जे? पंडित कहन लगा भलिया पुरखा तैनूं की पता, मैं तो रब की पूजा करदा। कहंदा अच्छा। कहन लगे ये रब की पूजा कीतिआं मिलदा की है?
ਸੁਭਾਵਿਕ ਸਵਾਲ ਸੀ, ਕਦੀ ਮੰਦਰ 'ਚ ਆਏ ਨਹੀਂ, ਕਥਾ ਨਹੀਂ ਸੁਣੀ, ਕੀਰਤਨ ਕੋਈ ਭਜਨ ਸੁਣਿਆ ਨਹੀਂ। ਕਹਿਣ ਲੱਗੇ ਰੱਬ ਦੀ ਪੂਜਾ ਕਰਨ ਦੇ ਨਾਲ ਜਿਹੜਾ ਵੀ ਤੇਰੇ ਮਨ ਦੇ ਵਿੱਚ ਇੱਛਕ ਹੈ ਨਾ ਫਲ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਤੂੰ ਚਾਹੁੰਦਾ ਹੈ ਉਹ ਰੱਬ ਜਿਹੜਾ ਸਾਰੇ ਮਸਲੇ ਹੱਲ ਕਰ ਦੇਗਾ। ਹੁਣ ਵਿਚਾਰਾ ਦੇਸੀ ਬੰਦਾ ਸੀ, ਕਹਿੰਦਾ ਵੀ ਕੰਮ ਬੜਾ ਮੈਨੂੰ ਪੈਂਦਾ ਤੇ ਹੋਰ ਨਾ ਹੋਵੇ ਤੇ ਰੱਬ ਨੂੰ ਆਪਣੇ ਕੰਮ ਹੀ ਲਾ ਲਾਂਗੇ। ਜੇ ਕੰਮ ਰੱਬ ਸਾਰੇ ਕੰਮ ਕਰਦਾ ਹੈ ਤੇ ਕਈ ਨੱਕਾ ਨੁੱਕਾ ਮੋੜ ਆਇਆ ਕਰੂਗਾ, ਕਿਤੇ ਨਾ ਕਿ ਦੋ ਚਾਰ ਹਾਲ ਮਰਵਾ ਦਿਆ ਕਰੂ ਮੇਰੇ ਨਾਲ। ਕਹਿੰਦਾ ਜੀ ਕੋਈ ਗੱਲ ਨਹੀਂ, ਕਹਿੰਦਾ ਪੰਡਿਤ ਜੀ ਇੱਕ ਕਿਰਪਾ ਕਰੋ, ਇਹ ਰੱਬ ਇੱਕ ਮੈਨੂੰ ਵੀ ਦੇ ਦਿਓ ਹਾਂ। ਹੁਣ ਪੰਡਿਤ ਜਿਹੜਾ ਸੀ ਦੁਚਿੱਤੀ ਦੇ ਵਿੱਚ ਪੈ ਗਿਆ, ਉਹ ਰੱਬ ਨੂੰ ਕਿੱਥੋਂ ਦਵੇ? ਰੱਬ ਦਾ ਰੂਪ ਬਣਾ ਕੇ ਉਹਨੂੰ ਠਾਕੁਰ ਨੂੰ ਪੱਥਰ ਨੂੰ ਪੂਜਦਾ ਹੈ। ਪੰਡਿਤ ਨੇ ਬੜੇ ਬਹਾਨੇ ਲਾਏ ਕਿ ਭਲਿਆ ਨਹੀਂ ਰੱਬ ਨੂੰ ਪੂਜਣਾ ਤੇਰੇ ਵੱਸ ਦਾ ਰੋਗ ਨਹੀਂ, ਉਹ ਤੂੰ ਸ਼ੂਦਰ ਹੈ, ਤੂੰ ਰੱਬ ਨੂੰ ਨਹੀਂ ਪੂਜ ਸਕਦਾ, ਤੈਨੂੰ ਮੰਦਰ 'ਚ ਆਉਣ ਦਾ ਅਧਿਕਾਰ ਨਹੀਂ। ਪਰ ਉਸ ਵੇਲੇ ਭਗਤ ਧੰਨਾ ਜੀ ਆਖਰ ਦੇ ਵਿੱਚ ਖਹਿੜੇ ਪੈ ਗਏ। ਜਦੋਂ ਖਹਿੜੇ ਪਏ, ਪੰਡਿਤ ਨੇ ਕੀ ਕੀਤਾ, ਬਾਹਰੋਂ ਇੱਕ ਪੱਥਰ ਚੁੱਕਿਆ, ਉਹਨੂੰ ਲਾਲ ਕੱਪੜੇ ਦੇ ਵਿੱਚ ਲਪੇਟ ਕੇ ਤੇ ਜਿਹੜਾ ਸੀ ਭਗਤ ਧੰਨੇ ਨੂੰ ਫੜਾ ਦਿੱਤਾ। ਤੇ ਇੱਕ ਗੱਲ ਕਹੀ ਕਿ ਧੰਨਿਆ ਇੱਕ ਗੱਲ ਯਾਦ ਰੱਖੀ, ਇਹ ਠਾਕੁਰ ਨੂੰ ਘਰ ਖੜ ਕੇ ਜੋ ਪੂਰੀ ਮਰਿਆਦਾ ਸਮਝਾਈ, ਫਿਰ ਇਹਨੂੰ ਘਰ ਖੜ ਕੇ ਚੌਂਕੀ ਦੇ ਉੱਤੇ ਬਿਰਾਜਮਾਨ ਕਰਕੇ ਕੱਚੀ ਲੱਸੀ ਦੇ ਨਾਲ ਪਹਿਲਾਂ ਧੋਵੀਂ, ਇਹਨੂੰ ਧੋਣ ਤੋਂ ਬਾਅਦ ਜਿਵੇਂ ਮੈਂ ਭੋਗ ਲਵਾਉਣਾ ਇੱਦਾਂ ਪ੍ਰਸ਼ਾਦੇ ਦਾ ਭੋਗ ਲਵਾਈ। ਹੁਣ ਵਿਚਲੀ ਗੱਲ ਦੱਸੀ ਨਾ ਵੀ ਮੂੰਹ ਨੂੰ ਲਾ ਕੇ ਵਾਪਸ ਲੈ ਆਉਣਾ। ਠਾਕੁਰ ਜਿਹੜਾ ਪੱਥਰ ਰੋਟੀ ਖਾਂਦਾ ਕੋਈ ਨਹੀਂ, ਉਹ ਵਿਚਾਰਾ ਅਣਭੋਲ ਜਿਹਾ ਬੰਦਾ, ਉਹਨੂੰ ਕੀ ਪਤਾ ਸੀ ਵੀ ਇਹ ਪੱਥਰ ਨੇ ਰੋਟੀ ਤੇ ਖਾਣੀ ਨਹੀਂ, ਮੂੰਹ ਨੂੰ ਲਵਾ ਕੇ ਤੇ ਛਕਣੀ ਤੇ ਆਪ ਸੀ ਪੰਡਤ ਨੇ ਜਿਹੜਾ ਮਲਾਈ ਉੱਤੇ ਸੀ। ਹੁਣ ਭਗਤ ਵਿਚਾਰਾ ਧੰਨਾ ਘਰੇ ਗਿਆ, ਜਾ ਕੇ ਉਹਨੇ ਉਹ ਸਾਰਾ ਕੁਝ ਕੀਤਾ। ਠਾਕੁਰ ਜਿਹੜਾ ਸੀ ਫੱਟੀ ਦੇ ਉੱਤੇ ਰੱਖਿਆ, ਨਵਾ ਧਵਾ ਕੇ ਉਹਨੂੰ ਤੇ ਅੱਗੇ ਰੋਟੀ ਖਾ ਰੱਖ ਕੇ ਬੈਠ ਗਿਆ। ਹੁਣ ਇੱਥੇ ਜਿਹੜੀਆਂ ਸਾਡੀਆਂ ਚਲਾਕੀਆਂ ਚੱਲਦੀਆਂ ਨੇ, ਜਿਹੜਾ ਧਰਮੀ ਮਨੁੱਖ ਹੈ ਉਹ ਆਣ ਕੇ ਜਿਹੜਾ ਉਹ ਠਾਕੁਰ ਦੇ ਮੂੰਹ ਨੂੰ ਲਾ ਦਿੰਦਾ ਹੈ, ਬਾਹਰ ਢੰਡੋਰਾ ਪੱਟ ਦਿੱਤਾ ਜਾਂਦਾ ਜੀ ਠਾਕੁਰ ਨੇ ਭੋਜਨ ਛਕ ਲਿਆ। ਤੇ ਛਕਦਾ ਕੌਣ ਹੈ? ਪੱਥਰ ਕਦੀ ਰੋਟੀ ਖਾਂਦਾ ਹੈ? ਛਕਦਾ ਤੇ ਪੁਜਾਰੀ ਹੈ। ਹੁਣ ਭਗਤ ਧੰਨੇ ਨੂੰ ਇਸ ਗੱਲ ਦਾ ਸਪਸ਼ਟੀ ਨਹੀਂ ਕਰਨੀ ਉਹਦੇ ਕੋਲ ਹੈਗਾ, ਕੋਈ ਗੱਲ ਕਲੀਅਰ ਨਹੀਂ ਹੈਗੀ। ਉਹਨੇ ਆਖਰ ਕੀ ਕੀਤਾ, ਠਾਕੁਰ ਦੇ ਅੱਗੇ ਰੱਖਿਆ, ਵੇਖਿਆ ਠਾਕੁਰ ਰੋਟੀ ਖਾਂਦਾ ਨਹੀਂ ਪਿਆ। ਉਹਨੇ ਵਿਚਾਰੇ ਨੇ ਬੜੀਆਂ ਮਿੰਨਤਾਂ ਮੁੰਨਤਾਂ ਕੀਤੀਆਂ ਵੀ ਰੱਬਾ ਮੇਰੇ ਕੋਲ ਗਲਤੀ ਕੀ ਹੋ ਗਈ, ਪੰਡਤ ਦੀ ਰੋਜ਼ ਰੋਟੀ ਖਾਣਾ। ਹੁਣ ਇੰਨਾ ਨਹੀਂ ਸੀ ਪੰਡਤ ਦਾ ਕਿ ਪੰਡਤ ਬਹਿ ਕੇ ਅੰਦਰ ਆਪ ਖਾਂਦਾ ਹੈ, ਅੰਦਰ ਥਾਲੀ ਭਰੀ ਖੜਨੀ, ਬਾਹਰ ਖਾਲੀ ਲੈ ਕੇ ਆ ਜਾਣੀ। ਆਖਰ ਹੁਣ ਬੜੀਆਂ ਮਿੰਨਤਾਂ ਕਰਦਾ, ਤਰਲੇ ਮਾਰਦਾ ਵੀ ਰੱਬਾ ਮੇਰੇ ਕੋਲ ਕੀ ਗੁਨਾਹ ਹੋ ਗਿਆ ਹੈ, ਮੇਰੀ ਜਿਹੜੀ ਹੈ ਉਹ ਤੂੰ ਇਹ ਥਾਲੀ ਨੂੰ ਇਹਨੂੰ ਭਗਵਾਨ ਨੂੰ ਪ੍ਰਵਾਨ ਕਿਉਂ ਨਹੀਂ ਕਰਦਾ, ਮੇਰੇ ਕੋਲ ਗੁਸਤਾਖੀ ਕਿਹੜੀ ਹੋ ਗਈ ਹੈ। ਬੜੀਆਂ ਮਿੰਨਤਾਂ ਕਰੇ, ਕਦੀ ਮੱਥਾ ਟੇਕੇ, ਕਦੀ ਕੰਨ ਪਕੜੇ, ਕਦੀ ਕੁਛ ਕਰੇ। ਹੁਣ ਇੱਥੋਂ ਇੱਕ ਗੱਲ ਸਮਝਣ ਵਾਲੀ ਹੈ, ਅੱਜ ਤੱਕ ਜਿੰਨੇ ਵੀ ਵਿਦਵਾਨਾਂ ਦੀਆਂ ਕਲਮਾਂ ਉੱਠੀਆਂ ਉਹਨਾਂ ਨੇ ਇੱਥੋਂ ਤੱਕ ਲਿਖ ਕੇ ਅੱਗੇ ਕਹਿ ਦਿੱਤਾ ਜੀ ਰੱਬ ਜਿਹੜਾ ਸੀ ਪੱਥਰ 'ਚੋਂ ਪ੍ਰਗਟ ਹੋਇਆ ਤੇ ਰੱਬ ਨੇ ਭੋਜਨ ਛਕ ਲਿਆ। ਇੱਕ ਇਹ ਪੱਖ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਨਕਾਰਿਆ ਉਹਨਾਂ ਨੇ ਇਹ ਕਹਿ ਦਿੱਤਾ ਜੀ ਪੱਥਰ ਨੇ ਰੋਟੀ ਨਾ ਖਾਧੀ ਤੇ ਭਗਤ ਧੰਨੇ ਨੇ ਬਾਕੀ ਭਗਤਾਂ ਦੇ ਵਾਂਗ ਫਿਰ ਨਾਮ ਜਪਿਆ। ਪਰ ਹੁਣ ਇੱਥੇ ਮੈਨੂੰ ਇਹ ਗੱਲ ਜਿਹੜੀ ਸੀ ਉਹ ਪੂਰੀ ਸਹੀ ਨਹੀਂ ਲੱਗਦੀ ਕਿ ਪੂਰੀ ਪ੍ਰੋਪਰ ਇੱਥੇ ਐਡਜਸਟ ਹੋ ਸਕੇ। ਹੋਇਆ ਕਿ ਕਿਉਂਕਿ ਇਹ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਜਿੱਥੇ ਸਾਡੇ ਵਿਦਵਾਨ ਨਹੀਂ ਬੋਲਦੇ ਅਜੇ। ਹੋਇਆ ਕਿ ਜਿਸ ਵੇਲੇ ਠਾਕੁਰ ਨੇ ਰੋਟੀ ਨਾ ਖਾਧੀ ਤੇ ਭਗਤ ਧੰਨਾ ਫੇਰ ਗਿਆ ਹੋਣਾ ਪੰਡਤ ਦੇ ਕੋਲ, ਭੱਜਾ ਉਹਨੂੰ ਠੰਡਾ ਕੱਢਦਾ ਹੈ। ਕਹਿੰਦਾ ਪੰਡਤ ਜੀ ਜਿਹੜਾ ਤੁਹਾਡਾ ਠਾਕੁਰ ਹੈ ਰੋਟੀ ਨਹੀਂ ਖਾਂਦਾ। ਤੇ ਪੰਡਤ ਬੜਾ ਚਲਾਕ ਹੈ। ਇੱਕ ਗੱਲ ਚੇਤਾ ਰੱਖਿਓ, ਅਸੀਂ ਕਹਿ ਦੇਣਾ ਵੀ ਗੁਰਦੁਆਰੇ ਬਾਬਾ ਜੀ ਬੈਠੇ ਨੇ ਵਿਚਾਰੇ ਭੋਲੇ ਨੇ, ਬੜੇ ਚਲਾਕ ਹੁੰਦੇ, ਅਸੀਂ ਭੋਲੇ ਨਾ ਸਾਨੂੰ ਸਮਝਿਆ ਕਰੋ। ਸਾਰੀ ਦੁਨੀਆ ਚੱਕਰਾਂ 'ਚ ਪਾਈ ਹੈ, ਇਹ ਗੱਲ ਸੱਚਾਈ ਹੈ, ਮੈਂ ਬੜੀ ਵਾਰੀ ਕਹਿੰਦਾ ਹੁੰਦਾ। ਹੁਣ ਪੰਡਤ ਕੋਈ ਭੋਲਾ ਥੋੜੀ ਬੈਠਾ ਹੈ, ਇਹ ਲੋਕਾਂ ਦੇ ਮਨਾਂ 'ਚ ਭੁਲੇਖੇ ਆ ਵੀ ਜਿਹੜੇ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਬੈਠੇ ਬੜੇ ਭੋਲੇ ਨੇ, ਸਾਨੂੰ ਪੂਰੀ ਸਕੀਮ ਹੈ ਤੁਹਾਨੂੰ ਲੁੱਟਣਾ ਕਿੱਦਾਂ ਹੈ। ਉਹ ਪੰਡਤ ਆਣ ਕੇ ਕਹਿੰਦਾ ਵੀ ਧੰਨਿਆ ਗੱਲ ਇਹ ਹੈ ਵੀ ਮੇਰੇ ਕੋਲ ਤੇ ਰੋਜ਼ ਰੋਟੀ ਖਾਂਦਾ ਹੈ, ਤੇਰੇ ਕੋਲ ਕੋਈ ਨਾ ਕੋਈ ਗਲਤੀ ਹੈ, ਤੂੰ ਰੋਜ਼ ਉਹਦਾ ਹੱਥ ਮਿੰਨਤ ਜੋੜ, ਕੋਈ ਨਾ ਕੋਈ ਤੇਰੇ 'ਤੇ ਕਿਤੇ ਨਾ ਕਿਤੇ ਤਰਸ ਹੋਵੇਗਾ, ਕਿਤੇ ਨਾ ਕਿਤੇ ਰੱਬ ਕਿਰਪਾ ਕਰੂਗਾ, ਤੇਰਾ ਵੀ ਕੰਮ ਸੂਤਰ ਆ ਜਾਏਗਾ। ਜਿੱਦਾਂ ਅਸੀਂ ਵੀ ਕਹਿੰਦੇ ਆ ਇੱਕ ਸੂਰੀ ਸਾਹਿਬ ਨਹੀਂ ਹੋਇਆ ਦੂਜਾ ਕਰ ਲਾ, ਰੱਬ ਕੀ ਤਾਂ ਦੂਜੀ ਵਾਰੀ ਸੁਣ ਲੇ। ਵਿਚਲੀ ਗੱਲ ਨਹੀਂ ਸਮਝਾਈ ਜਾਂਦੀ ਅੱਜ ਵੀ। ਭਗਤ ਧੰਨੇ ਨੂੰ ਗੱਲ ਕਲੀਅਰ ਨਾ ਕੀਤੀ ਗਈ। ਆਖਰ ਕਈ ਦਿਨ ਬਤੀਤ ਹੋ ਗਏ, ਭਗਤ ਧੰਨਾ ਬੜਾ ਉਦਾਸ ਰਹਿੰਦਾ ਹੈ। ਬੜਾ ਭੋਲਾ ਸਿੱਧਾ ਸਾਦਾ ਬੰਦਾ ਸੀ। ਉਸ ਵੇਲੇ ਉਹਨਾਂ ਲੋਕਾਂ ਦੇ ਨਾਲ ਗੱਲ ਕੀਤੀ, ਕਈ ਪੁੱਛਦੇ ਨੇ ਕਿ ਕੀ ਗੱਲ ਹੈ ਧੰਨਿਆ ਬੜਾ ਉਦਾਸ ਰਹਿੰਦਾ ਹੈ।
ਤੇ ਭਗਤ ਧੰਨਾ ਜੀ ਕਹਿਣ ਲੱਗੇ ਭਰਾਵਾ ਕੀ ਦੱਸਾਂ, ਮੈਂ ਠਾਕੁਰ ਲੈ ਕੇ ਗਿਆ ਸਾਂ ਇੱਕ ਇਹਦੇ ਕੋਲੋਂ, ਪੰਡਤ ਦੇ ਕੋਲੋਂ, ਇਹਦੀ ਰੋਟੀ ਖਾ ਜਾਂਦਾ, ਪਤਾ ਨਹੀਂ ਕੀ ਗੱਲ ਮੇਰੀ ਰੋਟੀ ਕਿਉਂ ਨਹੀਂ ਖਾਂਦਾ। ਉਹਨਾਂ ਨੇ ਫਿਰ ਆਹ ਗੱਲ ਸਮਝਾਈ ਜਿਹੜੀ ਗੁਰੂ ਅਰਜਨ ਸਾਹਿਬ ਲਿਖਦੇ ਨੇ, ਉਹਨਾਂ ਨੇ ਇਹ ਗੱਲਾਂ ਸਮਝਾਈਆਂ ਕਿ ਭਲਿਆ ਭਗਤ ਨਾਮਦੇਵ ਨੇ ਵੀ ਰੱਬ ਨੂੰ ਪਾਇਆ ਹੈ, ਉਹਨੂੰ ਵੀ ਪ੍ਰਤੱਖ ਮਿਲਿਆ, ਆਪਾਂ ਪਿੱਛੇ ਪੜਿਆ ਸੀ। ਭਗਤ ਕਬੀਰ ਸਾਹਿਬ ਨੇ ਵੀ ਰੱਬ ਨੂੰ ਪਾਇਆ ਹੈ, ਭਗਤ ਰਵਿਦਾਸ ਨੇ, ਭਗਤ ਸੈਨ ਨੇ ਵੀ ਪਾਇਆ, ਪਰ ਪੱਥਰ ਦੇ ਵਿੱਚੋਂ ਰੱਬ ਨਹੀਂ ਮਿਲਣਾ, ਤੈਨੂੰ ਉਸ ਰੱਬ ਦੀ ਬੰਦਗੀ ਕਰਨੀ ਪੈਣੀ ਹੈ, ਸਿਮਰਨ ਕਰਨਾ ਪੈਣਾ ਹੈ ਜਿਹੜਾ ਰੱਬ ਤੂੰ ਪੱਥਰ ਦੇ ਵਿੱਚੋਂ ਲੱਭਦਾ ਹੈ। ਯਾਦ ਰੱਖੀ ਜਦੋਂ ਮਹਾਤਮਾ ਦੀ, ਕਿਸੇ ਸੰਤ, ਕਿਤੇ ਰੱਬ ਦੇ ਪਿਆਰੇ ਦੀ ਸੰਗਤ ਕਰੇਗਾ, ਉਹ ਰੱਬ ਤੈਨੂੰ ਉਹਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੋ ਜਾਏਗਾ। ਆਖਰ ਭਗਤ ਧੰਨੇ ਨੇ ਪੱਥਰ ਨੂੰ ਇੱਕ ਪਾਸੇ ਰੱਖਿਆ ਤੇ ਸਾਧੂਆਂ ਸੰਤਾਂ ਦੀ, ਮਹਾਤਮਾ ਦੀ ਸੰਗਤ ਕਰਨ ਲੱਗ ਪਿਆ। ਸੰਗਤ ਕਰਦਿਆਂ ਕਰਦਿਆਂ ਇੰਨੀ ਕੁ ਕਿਰਪਾ ਹੋਈ ਕਿ ਭਗਤ ਧੰਨਾ ਜੀ ਨੂੰ ਜਿਹੜਾ ਗੁਸਾਈ ਸੀ, ਪ੍ਰਮਾਤਮਾ ਪ੍ਰਤੱਖ ਤੌਰ ਤੇ ਪ੍ਰਗਟ ਹੋ ਕੇ ਆਣ ਕੇ ਦਰਸ਼ਨ ਦਿੱਤੇ। ਜਿਸ ਵੇਲੇ ਪ੍ਰਮਾਤਮਾ ਨੇ ਪ੍ਰਤੱਖ ਤੌਰ ਤੇ ਦਰਸ਼ਨ ਦਿੱਤੇ, ਉਸ ਤੋਂ ਬਾਅਦ ਦੋ ਤੁਕਾਂ ਆਖਰ ਭਗਤ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਭਗਤ ਧੰਨੇ ਦੀ ਜਿਹੜੀ ਜਦੋਂ ਪ੍ਰਮਾਤਮਾ ਹੀ ਪ੍ਰਗਟ ਹੋ ਗਿਆ, ਫਿਰ ਉਹਦੀ ਰੋਟੀ ਵੀ ਖਾਧੀ, ਉਹਦੀ ਛਾਛ ਵੀ ਜਿਹੜੀ ਸੀ, ਲੱਸੀ ਉਹ ਵੀ ਪੀਤੀ। ਭੋਲੇ ਭਾਅ ਨੇ ਜਦੋਂ ਭੋਲੇ ਭਾਅ ਦੇ ਵਿੱਚ ਆ ਕੇ ਬੰਦਗੀ ਕੀਤੀ, ਭਗਤ ਧੰਨੇ ਨੂੰ ਇਸ ਤਰੀਕੇ ਦੇ ਨਾਲ ਰੱਬ ਮਿਲ ਗਿਆ। ਰੱਬ ਪੱਥਰ ਚੋਂ ਨਹੀਂ, ਰੱਬ ਸੰਗਤ ਦੇ ਵਿੱਚੋਂ ਮਿਲਿਆ। ਉਹ ਮੈਂ ਪੌੜੀ ਪੜ੍ਹ ਦੇਣਾ ਭਾਈ ਸਾਹਿਬ ਦੀ, ਫਿਰ ਆਪਾਂ ਸ਼ਬਦ ਦੀ ਵਿਚਾਰ ਵੱਲ ਆਈਏ। ਕਹਿ ਲਗੇ ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਨ ਆਵੈ, ਧੰਨੇ ਡਿੱਠਾ ਚਲਤ ਇਹ, ਪੁੱਛੇ ਬਾਹਮਣ ਆਖ ਸੁਣਾਵੇ। ਪੰਜਾਬੀ ਦੀਆਂ 17 ਨੇ ਸੌਖੀਆਂ ਸਮਝ ਲੱਗ ਜਾਣਗੀਆਂ। ਹੁਣ ਪੰਡਤ ਅੱਗੋਂ ਕੀ ਕਹਿੰਦਾ, ਕਹਿਣ ਲੱਗਾ ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੈ, ਧੰਨਾ ਕਰਦਾ ਜੋਦੜੀ ਮੈਂ ਵੀ ਦੇਹ ਇੱਕ ਜੇ ਤੁਧ ਭਾਵੈ। ਕਹਿਣਗੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਗੈਲ ਕਹਿੰਦੇ ਨੇ ਖਹਿੜੇ ਨੂੰ, ਆਪਾਂ ਖਹਿੜਾ ਸ਼ਬਦ ਵਰਤਣਾ ਮਾਝੇ ਦੇ ਵਿੱਚ। ਕਹਿਣਗੇ ਭਗਤ ਧੰਨਾ ਜੀ ਨੂੰ ਇੱਕ ਪੱਥਰ ਲਪੇਟ ਕੇ ਦੇ ਕੇ ਕਹਿੰਦਾ ਵੀ ਲੈ ਮੇਰਾ ਖਾੜਾ ਛੱਡ, ਆਹ ਪੱਥਰ ਇਹਨੂੰ ਪੂਜ ਜਾ ਕੇ, ਦੇ ਧੰਨੇ ਨੂੰ ਗੈਲ ਛਡਾਵੇ। ਕਹਿਣਗੇ ਠਾਕੁਰ ਨੂੰ ਨਿਵਾਲ ਕੇ ਸ਼ਾਹੇ ਰੋਟੀ ਲੈ ਭੋਗ ਚੜਾਵੇ। ਹੁਣ ਭਗਤ ਧੰਨਾ ਜੀ ਨੇ ਕੀਤਾ, ਠਾਕੁਰ ਨੂੰ ਨਿਵਾ ਧੋ ਕੇ, ਜਿੱਦਾਂ ਆਪਾਂ ਸਾਖੀ ਕੀਤੀ ਹੈ, ਉਹ ਭੋਗ ਅੱਗੇ ਰੱਖਤਾ, ਹੱਥ ਜੋੜ ਮਿੰਨਤਾਂ ਕਰੇ, ਪੈਰੀਂ ਪੈ ਪਹਿ ਬਹੁਤ ਮਨਾਵੇ। ਕਹਿੰਦੇ ਬੜੀਆਂ ਤਰਲੇ ਮਿੰਨਤਾਂ ਕੀਤੀਆਂ, ਬੜੇ ਹੱਥ ਜੋੜੇ ਵੀ ਰੱਬਾ ਮੰਨ ਜਾ, ਮੇਰੇ ਕੋ ਕੀ ਗੁਨਾਹ ਹੋ ਗਿਆ। ਹੱਥ ਜੋੜ ਕਹਿ ਲੱਗੇ ਮਿੰਨਤਾਂ ਕਰੇ, ਪੈਰੀਂ ਪੈ ਪੈ ਬਹੁਤ ਮਨਾਵੇ। ਹਾਂ ਵੀ ਮੂੰਹ ਨਾ ਜੁਠਾਲਸਾਂ ਤੂੰ ਰੁੱਠਾ ਮੋਏ ਕਿਹੋ ਨਾ ਭਾਵੇ। ਰੱਬਾ ਮੈਂ ਵੀ ਨਹੀਂ ਉਹਨਾਂ ਚਿਰ ਤੱਕ ਕੁਝ ਖਾਣਾ ਜਿੰਨਾ ਚਿਰ ਤੱਕ ਤੂੰ ਨਾ ਬੰਦਗੀ, ਜਿਹੜਾ ਮੇਰੀ ਗੱਲਬਾਤ ਬਣੇਗਾ। ਆਖਰ ਜਿਸ ਵੇਲੇ ਇਹ ਗੱਲ ਨਾ ਬਣੀ, ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ, ਉਸ ਵੇਲੇ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਗੁਰਸਾਈ ਪ੍ਰਤੱਖ ਹੋਏ ਰੋਟੀ ਖਾਹੇ, ਸ਼ਾਹੇ ਮੋਹ ਲਾਵੇ ਭੋਲਾ ਭਾਓ ਗੋਬਿੰਦ ਮਿਲਾਵੇ। ਉਹ ਕਿਹੜੇ ਭੋਲੇ ਭਾਅ ਦੇ ਨਾਲ ਗੋਬਿੰਦ ਮਿਲਦਾ, ਉਹਨੂੰ ਅੱਜ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਦਰਜ ਕਰ ਰਹੇ ਨੇ। ਇੱਕ ਗੱਲ ਯਾਦ ਰੱਖਿਓ, ਗੁਰਬਾਣੀ ਦੀ ਕਦੀ ਵੀ ਇੱਕ ਪੰਕਤੀ ਜਾਂ ਇੱਕ ਭਾਈ ਸਾਹਿਬ ਦੀ ਪੌੜੀ ਜਾਂ ਕਿਸੇ ਵੀ ਇੱਕ ਚੀਜ਼ ਨੂੰ ਲੈ ਕੇ ਤੁਸੀਂ ਜਿਹੜਾ ਸਿਧਾਂਤ ਨਹੀਂ ਕੱਢ ਸਕਦੇ। ਮੈਂ ਇੱਕ ਦੋ ਉਦਾਹਰਨਾਂ ਦੇ ਕੇ ਆਪਣੀ ਵਿਚਾਰ ਵੱਲ ਆਉਣਾ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਚਲੋ ਇਹ ਤਾਂ ਸਾਖੀ ਵੀ ਹੈ ਨਾ ਭਾਈ ਸੁਥਰਾ ਜੀ ਦੀ, ਕਿ ਕੇਤੇ ਲੈ ਲੈ ਮੁੱਕਰ ਪਾਹੇ। ਹੁਣ ਕੋਈ ਇਹੋ ਪੰਕਤੀ ਪੜ੍ਹੀ ਜਾ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਈ ਲੈ ਕੇ ਮੁੱਕਰ ਪਾਉਂਦੇ ਨੇ, ਫਿਰ ਕਿਹੜੀ ਗੱਲ ਹੈ ਆਪਾਂ ਲੈ ਕੇ ਮੁੱਕਰ ਜਾਂਗੇ। ਤੁਸੀਂ ਇਹ ਗੱਲ ਕਹਿ ਕੇ ਕਿਸੇ ਦਾ ਰੁਪਈਆ 10 ਲੱਖ ਮਾਰ ਲਓ ਵੀ ਮਹਾਰਾਜ ਕਹਿੰਦੇ ਆ ਵੀ ਕੇਤੇ ਲੈ ਲੈ ਮੁੱਕਰ ਪਾਹੇ, ਜੇ ਇੰਨੇ ਮੁੱਕਰਦੇ ਨੇ ਇੱਕ ਮੈਂ ਮੁੱਕਰ ਜਾ ਫਿਰ ਕੀ ਹੋਊਗਾ। ਪਰ ਇਹ ਤਾਂ ਗੁਰਮਤ ਦਾ ਸਿਧਾਂਤ ਨਹੀਂ ਨਾ। ਗੁਰਮਤ ਦਾ ਸਿਧਾਂਤ ਇਹ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਹੁਣ ਸਿੱਧ ਗੋਸ਼ਟ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ, ਵੀ ਤੀਰਥਾਂ ਦੇ ਨਹਾਉਣ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ, ਮੈਲ ਕੋਈ ਨਹੀਂ ਲੱਗਦੀ। ਇਹ ਤਾਂ ਗੁਰਮਤ ਦਾ ਸਿਧਾਂਤ ਨਹੀਂ, ਇਹ ਤਾਂ ਲੋਹ ਰੀਪਾ ਕਹਿੰਦਾ ਪਿਆ ਏ। ਇਹ ਗੱਲ ਤੇ ਸਿੱਧ ਕਹਿੰਦੇ ਨੇ, ਪਰ ਇਹ ਪੰਕਤੀ ਪੜ੍ਹ ਕੇ ਅਸੀਂ ਤੀਰਥਾਂ ਦੇ ਇਸ਼ਨਾਨ ਕਰੀ ਜਾਈਏ। ਹੁਣ ਨਹਾਉਣ ਅਸੀਂ ਨਲਕੇ ਤੇ ਡਏ ਹੁੰਦੇ, ਮੈਨੂੰ ਮਾਫ ਕਰਨਾ, ਅਸੀਂ ਸ਼ਬਦ ਪੜ੍ਹੀ ਜਾਂਦੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਅਰਥ ਉਹਦੇ ਅਸੀਂ ਕੋਈ ਨਹੀਂ ਪੜ੍ਹੇ। ਕਦੀ ਵੀ ਇੱਕ ਪੰਕਤੀ ਨੂੰ ਲੈ ਕੇ ਜਿਹੜਾ ਉਹ ਗੁਰਬਾਣੀ ਦੇ ਅਰਥ ਨਹੀਂ ਕੀਤੇ ਜਾ ਸਕਦੇ। ਗੁਰਬਾਣੀ ਸਿਧਾਂਤ ਨੂੰ, ਗੁਰਬਾਣੀ ਜਿਹੜੀ ਹੈ ਉਹ ਸ਼ਬਦ ਨੂੰ ਨਾਲ ਲੈ ਕੇ, ਉਹਦਾ ਜਿਹੜਾ ਸਮੁੱਚਾ ਕਨਸੈਪਟ ਹੈ ਉਹਨੂੰ ਨਾਲ ਲੈ ਕੇ ਚੱਲਦੀ, ਉਹਦੇ ਅਰਥ ਫਿਰ ਸਪਸ਼ਟ ਕੀਤੇ ਜਾਂਦੇ ਨੇ। ਹੁਣ ਭਗਤ ਧੰਨਾ ਜੀ ਨੇ ਸ਼ੁਰੂਆਤ ਜ਼ਰੂਰ ਇਹਦੀ ਪੱਥਰ ਤੋਂ ਹੈ। ਇੱਕ ਗੱਲ ਯਾਦ ਰੱਖਿਓ, ਮੈਂ ਉਸ ਦਿਨ ਵੀ ਕਿਹਾ ਸੀ, ਜੇ ਬਾਹਮਣ ਉਸ ਵੇਲੇ ਭਗਤ ਧੰਨਾ ਜੀ ਨੂੰ ਪੱਥਰ ਨਾ ਦਿੰਦਾ, ਸ਼ਾਇਦ ਭਗਤ ਧੰਨਾ ਜਿਹੜਾ ਸੀ ਰੱਬ ਵਾਲੇ ਪਾਸੇ ਇੰਨਾ ਸੀਰੀਅਸ ਹੋ ਕੇ ਨਾ ਲੱਗਦਾ, ਨਾ ਰੱਬ ਦੀ ਪ੍ਰਾਪਤੀ ਹੁੰਦੀ। ਸ਼ੁਰੂਆਤ ਭਗਤ ਧੰਨੇ ਦੀ ਪੱਥਰ ਤੋਂ ਹੈ, ਪਰ ਰੱਬ ਦੀ ਪ੍ਰਾਪਤੀ ਗੁਰੂ ਦੇ ਪਿਆਰੇ ਸਤ ਸੰਗਤ ਦੇ ਵਿੱਚੋਂ। ਇਹ ਗੱਲ ਨੂੰ ਚੇਤਾ ਰੱਖ ਕੇ ਆਪਾਂ ਸ਼ਬਦ ਦੀ ਵਿਚਾਰ ਵੱਲ ਆਈਏ। ਇਹ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਜੀ, ਮਹੱਲਾ ਪੰਜਵਾਂ। ਇਹ ਤੋਂ ਪਹਿਲਾਂ ਜਿਹੜਾ ਆਪਾਂ ਸ਼ਬਦ ਪਰਸੋਂ ਸਮਾਪਤ ਕੀਤਾ ਸੀ, ਉਹ 'ਚ ਭਗਤ ਧੰਨਾ ਜੀ ਨੇ ਆਪ ਸਪਸ਼ਟ ਕਰ ਦਿੱਤਾ ਕਿ ਧੰਨੈ ਧਨ ਪਾਇਆ ਧਰਨੀ ਧਰ ਮਿਲ ਜਨ
संत समानिया, कह लगे भलिया मैं रब पत्थर दे विचों नहीं, मैं रब जिहड़ा है गुरमुख प्यारियां दी संगत दे विचों, संतां महापुरखां दी संगत दे विचों पाया है, उहदा सिमरन करके उहदा नाम जप के प्राप्त किया होया है। कह लगे धन्य धन पाया धरनी धर, धन्य ने उस धन धरती दे आसरे परमात्मा नूं प्राप्त कर लिया। किद्दां? मिल जन संत समानिया, मैं संतां दी संगत कीती। हुण संगतां दी संगत कित्थों प्रेरित होके कीती? जिवें मैं कहा शुरुआत पत्थर तो है। संगत जिहड़ी है रब दे प्यारिਆਂ दी, ਉਹ गुरु अर्जुन साहब जी सानू दसदे ने कि पुੱਤਰ आ भुलेखा ना खावी कि किते भगत धन्ने ने पत्थर चों रब पाया। मैं तैनू दसदा कि भगत धन्ने ने संगत किवें कीती है। कह लगे महला पंजवां, ये गुरु अर्जुन साहब दा दो शब्द भगत धन्ना जी ने सेंटर दे विचकार च ये शब्द है जी। कह लगे गोबिंद 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 संग नाम दियो मन लीना। भगत नामदेव जी कह लगे गोबिंद गोबिंद गोबिंद, ਇਹਦਾ अर्थ करांगे मन करके बचन करके ते कर्म करके। ये सारे भगतां दे रूल फिट होएगा जिन्हां दे मन दे विच परमात्मा है, बचन दे विच परमात्मा है, भाव गल उठदे बहिंदे जिहड़े हर वेले गुरु गुरु जपदे ने। कर्म दा अर्थ है जीवन दे विच जो भी ये काम करदे ने, करतूत करदे ने, ਉਹਦੇ विच भी परमात्मा नज़र आउंदा है। माफ़ करना, ना तो साडी जबान ते गुरु जे, ना साडे मन च गुरु जे, ते ना साडे जीवन दे विच गुरु जे। मन च ते असीं गवांढी दे लत्त तोड़न दे हुंदे भी किहड़े वेले इहनूं थल्ले सुੱਟੀਏ। जुबान साडी जिहड़ी भद्दी बोलदी है, कर्म साडे सारिਆਂ ਦੇ सामने, ਜਿਹੋ ਜਿਹੀਆਂ ਆਪਾਂ ਕਰਤੂਤਾਂ ਕਰਦੇ ਤੇ ਰੱਬ ਕਿੱਥੋਂ ਮਿਲਣਾ है? ਰੱਬ ਜਿਹੜਾ ਹੈ ਬਾਣੀ ਪੜਨ ਦਾ ਵਿਸ਼ਾ ਨਹੀਂ, ਬਾਣੀ ਮੰਨਣ ਦਾ ਵਿਸ਼ਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। तू प्रेम कर गुरु की बाणी दे नाल, साच कहूँ सुन लिहो सबै जिन प्रेम कियो ते नहीं प्रभ पायो। प्रेम का अर्थ कि तू बाणी के सिद्धांत नूं मन के उन्होंने समझ के चलण का यतन कर। मैं गल नूं नेड़े रखा। कह लगे जिस वेले भगत नामदेव जी ने ना परमात्मा दे नाल ही अपना चित्त जोड़ लिया, मन कर्म के बचन करके कर्म करके गोबिंद 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 संग, उस परमात्मा नूं ही नाम दियो मन लीना। भगत नामदेव जी ने अपना चित्त उस परमात्मा दे नाल जोड़ लिया। कहते फिर की होया जी? आड़ दाम को शिपरो होयो लाखीना। आड़ का अर्थ है अद्धी, दाम का अर्थ करांगे कौडी, भाव अर्थ करांगे गरीबड़ा जिहा। शिपरो का अर्थ है गरीब जिहा शींबा। कहते जिस भगत नामदेव जी नूं लोग पहला शींबा जिहड़ा सी कह के अद्धी कौडी का नहीं सी जी दा मुੱਲ पाउंदे, भाव जी का कोई सत्कार नहीं सी कीता जांदा। उन्हें जिस वेले नाम जपिया की बनया जी? होयो लाखीना। लाखीना का अर्थ करांगे लखां दा, भाव अर्थ करांगे जिस भगत शिंबा जी नूं, भगत नामदेव जी नूं शिंबा कह के दुरकारिया जांदा सी, उन्हां दी जदों परमात्मा की प्राप्ति की गल लोकां दे विच चलदी है तो कहण लगे उन्हां नूं फिर लखां दे विच गिणिया जाण लगा। भाव उन्हां दा मान सत्कार जिहड़ा सी रब दे प्यारिਆਂ दे विच गिणिया गया, क्योंकि परमात्मा ने उन्हां नूं अपने चरनां दे विच जोड़ लिया। आ चार भगत चलने ने नाल आंड दाम को शीपरो, अद्धी कौडी का जिहड़ा शींबा सी भगत नामदेव। होयो लाखीना, लखां दा हो गया, भाव वो परमात्मा के गुणां दे नाल भरपूर हो गया। रहाओ अगे कह लगे बुनना तनना त्याग कै प्रीत चरण कबीरा। हुण दो तरह के ताने तने जाते हैं, आपां पिछे पढ़ के आए हैं। एक ताना पेटा तो वह सी जिहड़ा भगत कबीर साहब जी जुलाहे सन खड्डी ते बुनते हैं। एक ताना पेटा वो है जिहड़ा असीं मन दा ते सुरत दा बुनते पे हैं, क्योंकि सुरत गुरु है, शब्द उन्हें चेला बन, शब्द जिहड़ा गुरु है, सुरत ने चेला बन के उहदे नाल सुरत जुड़ना है। असी जिहड़ी है शब्द नूं गुरु की बनाउणा सी, असी माया नूं गुरु बनाया तो सुरत उहदे च टकाई हुई है। हुण भगत इत्थे इहदा ये अर्थ ना कर लिओ कि भगत कबीर साहब ने बुनना तन्ना ते आगे भी उन्होंने किरत करनी छड्डती। नहीं नहीं नहीं, गुरु नानक साहब का घर का सिद्धांत है कि भलिया घाल खाए किश हत्थों दे नानक रहा, पछाने से तू किरत करनी है। पर इत्थे अर्थ करांगे बुनना तनना त्याग कै। भगत जिहड़ा कबीर साहब जी ने उन्होंने की कीता, जिहड़े मन उन्हां दा अगे संसारिक माया नूं बुनन दा तरदा सी ना, उन्होंने संसारिक माया नूं जिहड़ा सी मन दे विचों एक पासे रख के प्रीत चरण कबीरा, भगत कबीर साहब जी ने परमात्मा के चरनां दे नाल प्रीत पाली। जिहड़ी माया दे नाल प्रीत सी ना, जिहड़ी मोह ममता दे नाल प्रीत सी, जिहड़ी संसार दे नाल प्रीत सी, वो रब दे चरनां दे नाल पाली। उहदे नाल की मिलिया जी? कह लगे नीच कुल्लां जो लाहरा। कहते जिन्हों नीच जुलाहा कहा जाता सी भगत कबीर जी ने, मैनूं माफ़ करियो मैनूं अर्थ करने पैने ने। जिन्हों कहा जाता सी ये नीवीं जात वाला जुलाहा है। कह लगे भयो गुणी गहीरा। गुणी का अर्थ करांगे गुणा की खान,
ਗਹੀਰਾ ਦਾ ਅਰਥ ਕਰਾਂਗੇ ਡੂੰਘਾ ਸਮੁੰਦਰ ਦੇ ਵਾਂਗ। ਕਹਿੰਦੇ ਜਿਹੜੇ ਭਗਤ ਕਬੀਰ ਸਾਹਿਬ ਜੀ ਨੂੰ ਲੋਕ ਮਾੜਾ ਕਹਿੰਦੇ ਸਨ, ਉਹਨਾਂ ਨੇ ਜਿਸ ਵੇਲੇ ਪਰਮੇਸ਼ਰ ਦਾ ਨਾਮ ਜਪਿਆ ਨਾ, ਉਹ ਭਗਤ ਨਾਮਦੇਵ ਜੀ ਸਮੁੰਦਰ ਦੀ ਖਾਨ ਵਾਂਗ ਡੂੰਘੇ ਜਿਹੜੇ ਸਨ ਪ੍ਰਮਾਤਮਾ ਦੇ ਗੁਣਾਂ ਵਾਲੇ ਬਣ ਗਏ। ਉਹਨਾਂ ਦੇ ਅੰਦਰ ਪ੍ਰਮਾਤਮਾ ਦੇ ਗੁਣ ਆ ਗਏ। ਅੱਗੇ ਤੀਸਰੀ ਉਦਾਹਰਨ ਦਿੰਦੇ, ਕਹਿਣ ਲੱਗੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਢੋਰ ਕਹਿੰਦੇ ਨੇ ਪਸ਼ੂ ਨੂੰ। ਹੁਣ ਭਗਤ ਰਵਿਦਾਸ ਜੀ ਜਿਹੜੇ ਚਮਾਰ ਨੇ, ਇਹਨਾਂ ਦਾ ਕੰਮ ਕੀ ਹੈ ਕਿ ਇਹ ਚਮੜੇ ਦਾ ਕੰਮ ਕਰਦੇ ਨੇ। ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ, ਅੱਜ ਤੋਂ 10 ਸਾਲ ਪਹਿਲਾਂ ਚਲੇ ਜਾਈਏ ਨਾ, ਹੁਣ ਤੇ ਡੰਗਰਾਂ ਨੂੰ ਕੋਈ ਚੁੱਕਦਾ ਨਹੀਂ। ਜਿਹੜੇ ਚਮੜੇ ਦਾ ਕੰਮ ਕਰਦੇ ਸਨ ਉਹ ਘਰੋਂ ਡੰਗਰ ਚੁੱਕ ਕੇ ਲੈ ਜਾਂਦੇ ਸਨ। ਉਹਨਾਂ ਨੇ ਕੀ ਕਰਨਾ ਜੀ, ਚਮੜਾ ਚੁੱਕ ਉਹਦਾ ਡੰਗਰ ਨੂੰ ਘਰ ਖੜ ਕੇ, ਸਾਡੇ ਵੇਖਣ ਦੀ ਗੱਲ ਹੈ, ਉਹਦਾ ਚਮੜਾ ਲਾ ਲੈਣਾ, ਚਮੜਾ ਰੱਖ ਕੇ ਉਹਨੂੰ ਵੇਚ ਦੇਣਾ। ਕਈਆਂ ਜੁੱਤੀਆਂ ਬਣਾ ਲੈਣੀਆਂ, ਕਈ ਕੰਮੀ ਲਾ ਲੈਂਦਾ। ਜਿਹੜੇ ਹੱਡ ਸਨ ਉਹਨੂੰ ਚੁੱਕ ਕੇ ਹੱਡੋ ਰੋੜੀ ਸੁੱਟ ਆਉਂਦੇ ਹੁੰਦੇ ਸਨ। ਇਹ ਕੰਮ ਭਗਤ ਰਵਿਦਾਸ ਜੀ ਕਰਦੇ ਨੇ। ਕਹਿਣ ਲੱਗੇ ਭਗਤ ਰਵਿਦਾਸ ਸਾਹਿਬ ਜੀ ਬਾਰੇ ਗੁਰੂ ਅਰਜਨ ਸਾਹਿਬ ਕਹਿੰਦੇ ਰਵਿਦਾਸ ਢਵੰਤਾ ਢੋਰ ਨੀਤ। ਕਹਿੰਦੇ ਉਹ ਰੋਜ਼ ਮਰੇ ਹੋਏ ਪਸ਼ੂਆਂ ਨੂੰ ਜਿਹੜਾ ਢੋਂਦਾ ਪਿਆ ਏ, ਢੋਂਦੇ ਦਾ ਅਰਥ ਸਮਝ ਕੇ ਨਾ ਲੈ ਕੇ ਆਉਣਾ। ਕਹਿਣ ਲੱਗੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਕਹਿੰਦੇ ਉਹਨਾਂ ਦਾ ਫਿਜ਼ੀਕਲ ਵਰਕ ਤੇ ਜਿਹੜਾ ਸੀ ਮਰੇ ਹੋਏ ਪਸ਼ੂਆਂ ਨੂੰ ਜਿਹੜਾ ਲੈ ਕੇ ਆਉਣਾ, ਪਰ ਸੁਰਤ ਕਰਕੇ ਉਹਨਾਂ ਨੇ ਮਾਇਆ ਦਾ ਮੋਹ ਤਿਆਗ ਦਿੱਤਾ, ਮਾਇਆ ਦਾ ਮਾਣ ਤਿਆਗ ਦਿੱਤਾ ਤੇ ਸੁਰਤ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੀ। ਜਿਸ ਵੇਲੇ ਸੁਰਤ ਰੱਬ ਦੇ ਨਾਲ ਜੁੜੀ, ਰੱਬ ਨੇ ਇਹ ਨਹੀਂ ਵੇਖਿਆ ਤੇਰਾ ਜਿਹੜਾ ਸੀ ਉਹ ਫਿਜ਼ੀਕਲ ਵਰਕ ਕੀ ਹੈ। ਅੱਜ ਤੇ ਜਿਹੜਾ ਚਮੜੇ ਦਾ ਕੰਮ ਕਰਦਾ ਏ, ਇਹ ਜਿਹੜਾ ਹੱਕ ਸੱਚ ਦੀ ਕਮਾਈ ਕਰਦਾ, ਅਸੀਂ ਤੇ ਉਹਨੂੰ ਮੂੰਹ ਲਾ ਕੇ ਰਾਜੀ ਨਹੀਂ ਨਾ ਵੀ ਭਲਿਆ ਤੂੰ ਲਿਬੜਿਆ ਤਿਬੜਿਆ ਕਿੱਥੋਂ ਆ ਗਿਆ। ਪਰ ਇੱਥੇ ਅੰਮ੍ਰਿਤ ਬਾਣੀ ਦਾ ਬਚਨ ਹੈ, ਕਹਿਣਗੇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਕਹਿਣਗੇ ਉਹ ਭਗਤ ਰਵਿਦਾਸ ਜੀ ਜਿਸ ਵੇਲੇ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ, ਉਹਨਾਂ ਨੂੰ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਪ੍ਰਮਾਤਮਾ ਪ੍ਰਗਟ ਹੋ ਕੇ ਪ੍ਰਾਪਤ ਹੋ ਗਿਆ। ਉਹਨਾਂ ਨੇ ਪ੍ਰਮਾਤਮਾ ਦਾ ਜਿਹੜਾ ਦਰਸ਼ਨ ਸੀ ਸੰਗਤ ਦੇ ਵਿੱਚੋਂ ਹੀ ਪ੍ਰਾਪਤ ਕੀਤਾ। ਪ੍ਰਗਟ ਹੋਆ ਸਾਧ ਸੰਗ, ਉਹ ਪ੍ਰਮਾਤਮਾ ਭਗਤ ਰਵਿਦਾਸ ਜੀ ਨੇ ਸੰਗਤ ਦੇ ਵਿੱਚੋਂ ਪ੍ਰਗਟ ਕਰਕੇ ਹਰ ਦਰਸ਼ਨ ਪਾਇਆ, ਹਰੀ ਅਕਾਲ ਪੁਰਖ ਦਾ ਦਰਸ਼ਨ ਕੀਤਾ। ਅੱਗੇ ਕਹਿ ਲਗੇ ਸੈਨ ਨਾਈ ਬੁੱਤ ਕਾਰਿਆ। ਭਗਤ ਸੈਨ ਜੀ ਇਹ ਜਾਤ ਦੇ ਨਾਈ ਨੇ। ਇਹਦਾ ਅਰਥ ਇਹ ਨਾ ਅੱਜ ਦੇ ਸ਼ਬਦ ਦਾ ਕਰ ਲਿਓ, ਇਹ ਜਾਤਾਂ ਗਣਾਈਆਂ ਜਾਣੀਆਂ ਨੇ। ਉਸ ਵੇਲੇ ਜਿਹੜੀ ਮਨੌਤ ਜੁੜੀ ਹੋਈ ਹੈ ਉਹਨੂੰ ਗੁਰੂ ਅਰਜਨ ਸਾਹਿਬ ਸਪਸ਼ਟ ਕਰ ਰਹੇ ਨੇ। ਹੁਣ ਭਗਤ ਸੈਨ ਜੀ ਕੀ ਕਰਦੇ ਨੇ, ਨਾਈਆ ਦਾ ਕੰਮ ਕੀ ਹੁੰਦਾ ਸੀ ਜੀ, ਸੱਦਾ ਪੱਤਰ ਦੇਣਾ, ਮੁੱਠੀ ਚਾਪੀ ਕਰਨੀ, ਕਿਸੇ ਦੀਆਂ ਲੱਤਾਂ ਘੁੱਟ ਦਿੱਤੀਆਂ, ਕਿਸੇ ਨੂੰ ਮਾਲਸ਼ ਕਰ ਦਿੱਤੀ, ਇਤਿਆਦਿਕ ਕੰਮ ਨਾਈਆਂ ਦੇ ਨੇ। ਹੁਣ ਭਗਤ ਸੈਨ ਜੀ ਕੀ ਕਰਦੇ ਨੇ, ਇਹ ਰਾਜੇ ਦੇ ਕੋਲ ਉਹਦੀਆਂ ਬੁੱਤੀਆਂ ਕਰਦੇ ਸਨ, ਉਹਨੂੰ ਨਵਾਉਣਾ ਧਵਾਉਣਾ, ਪੁਸ਼ਾਕ ਪਾਉਣੀ, ਲੱਤਾਂ ਬਾਹਾਂ ਘੁੱਟਣੀਆਂ, ਮਾਲਸ਼ ਕਰਨੀ, ਇਤਿਆਦਿਕ। ਕਹਿਣ ਲੱਗੇ ਸੈਨ ਨਾਈ ਬੁੱਤ ਕਾਰਿਆ। ਜਿਹੜਾ ਭਗਤ ਸੈਨ ਜੀ ਰਾਜੇ ਦੀਆਂ ਬੁੱਤੀਆਂ ਕਰਦਾ ਸੀ, ਉਹ ਘਰ ਘਰ ਸੁਣਿਆ। ਕਹਿੰਦੇ ਉਹਦੀ ਸੋਭਾ ਸੀ ਜਿਹੜੀ ਹਰੇਕ ਘਰ ਦੇ ਵਿੱਚ ਹੋਣ ਲੱਗ ਪਈ। ਕਿਉਂ? ਕਿਉਂਕਿ ਹਿਰਦੇ ਵਸਿਆ ਪਾਰ ਬ੍ਰਹਮ। ਜਿਹੜਾ ਨਾਈ ਸੀ, ਜਿਹੜਾ ਨਾਈ ਪੁਣੇ ਦਾ ਕੰਮ ਕਰਦਾ ਸੀ ਭਗਤ ਸੈਨ, ਜਦੋਂ ਉਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਪ੍ਰਗਟ ਹੋਇਆ ਨਾ, ਕਹਿਣ ਲੱਗੇ ਉਹਦੀ ਸੋਭਾ ਘਰ ਘਰ ਦੇ ਵਿੱਚ ਹੋ ਗਈ। ਹਿਰਦੇ ਵਸਿਆ ਪਾਰ ਬ੍ਰਹਮ। ਫਿਰ ਕਿਰਚ ਗਿਣਿਆ ਗਿਆ ਜੀ, ਭਗਤਾਂ ਮਹਿ ਗਣਿਆ। ਉਹਨਾਂ ਦੀ ਗਿਣਤੀ ਅੱਜ ਨਾਈਆਂ ਦੇ ਵਿੱਚ ਨਹੀਂ, ਉਹਨਾਂ ਦੀ ਗਿਣਤੀ ਜਿਹੜੀ ਅੱਜ ਭਗਤਾਂ ਦੇ ਵਿੱਚ ਕੀਤੀ ਜਾਂਦੀ ਹੈ। ਸੈਨ ਨਾਈ ਬੁੱਤ ਕਾਰਿਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮਹਿ ਗਣਿਆ। ਆ ਚਾਰ ਉਦਾਹਰਨਾਂ ਜਿਸ ਵੇਲੇ ਰੱਬ ਦੇ ਪਿਆਰਿਆਂ ਦੇ ਕੋਲੋਂ ਭਗਤ ਧੰਨਾ ਜੀ ਨੂੰ ਮਿਲੀਆਂ ਨਾ, ਉਸ ਵੇਲੇ ਫਿਰ ਭਗਤ ਧੰਨਾ ਜੀ ਨੇ, ਹੁਣ ਠਾਕੁਰ ਤੇ ਪੱਥਰ ਦੇ ਵਿੱਚੋਂ ਤੇ ਰੱਬ ਮਿਲਿਆ ਨਹੀਂ। ਹੁਣ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਬਿੱਦ ਸੁਣ ਕੇ ਜਾਟਰੋ। ਬਿੱਦ ਦਾ ਅਰਥ ਹੁੰਦਾ ਤਰੀਕਾ। ਆਹ ਗੱਲ ਸੁਣੀ ਰੱਬ ਦੇ ਪਿਆਰਿਆਂ ਕੋਲੋਂ, ਸੰਗਤ ਦੇ ਵਿੱਚ ਬਹਿ ਕੇ ਆਹ ਗੱਲ ਸੁਣੀ। ਕੀ ਸੁਣਿਆ ਕਿ ਭਲਿਆ ਜਿਹੜਾ ਭਗਤ ਨਾਮਦੇਵ ਸੀ ਨਾ, ਉਹਨੇ ਰੱਬ ਨੂੰ ਜਿਹੜਾ ਸੀ ਪਾ ਲਿਆ, ਪਰ ਉਹਨੇ ਰੱਬ ਨੂੰ ਜਪ ਕੇ ਪਾਇਆ। ਭਗਤ ਕਬੀਰ ਜਿਹੜਾ ਜੁਲਾਹਾ ਲੋਕ ਕਹਿੰਦੇ ਸਨ, ਉਹਨਾਂ ਨੇ ਵੀ ਰੱਬ ਨੂੰ ਪਾਇਆ, ਉਹਨਾਂ ਨੇ ਵੀ ਜਪ ਕੇ ਪਾਇਆ। ਜਿਹੜਾ ਭਗਤ ਰਵਿਦਾਸ ਲੋਕ ਚਮਿਆਰ ਕਹਿੰਦੇ ਸਨ, ਜਿਹੜਾ ਚੰਮ ਦਾ ਕੰਮ ਕਰਦਾ ਸੀ, ਰੱਬ ਨੇ ਉਹਨਾਂ ਨੇ ਵੀ ਰੱਬ ਨੂੰ ਪਾਇਆ, ਪਰ ਉਹਨਾਂ ਨੇ ਵੀ ਜਪ ਕੇ ਪਾਇਆ। ਭਗਤ ਸੈਨ ਜਿਹੜਾ ਬੁੱਤੀਆਂ ਕਰਦਾ ਸੀ ਰਾਜੇ ਦੀਆਂ, ਉਹਨਾਂ ਨੇ ਵੀ ਰੱਬ ਨੂੰ ਪਾਇਆ, ਪਰ ਉਹਨਾਂ ਨੇ ਰੱਬ ਨੂੰ ਜਪ ਕੇ ਪਾਇਆ। ਆਹ ਜਿਸ ਵੇਲੇ ਗੱਲ ਹੋਈ, ਫਿਰ ਭਗਤ ਧੰਨਾ ਜੀ ਨੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਇਹ ਮੈਂ ਨਹੀਂ, ਇਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ। ਕਹਿੰਦੇ ਇਹ ਬਿੱਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਕਹਿੰਦੇ ਆਹ ਗੱਲ ਸੁਣੀ ਭਗਤ ਧੰਨਾ ਜੀ ਨੇ, ਇਹਨਾਂ ਨੇ ਖਹਿੜਾ ਛੱਡਿਆ ਠਾਕੁਰ ਦਾ, ਉਹਦੇ ਕੋਲੋਂ ਉੱਠ ਕੇ ਤੇ ਰੱਬ ਦੀ ਬੰਦਗੀ ਵਾਲੇ ਪਾਸੇ ਲੱਗ ਜੇ। ਹੁਣ ਤੁਸੀਂ ਮੈਨੂੰ ਇੱਕ ਗੱਲ ਗੁਰਮੁਖੋ ਦੱਸੋ, ਤੁਸੀਂ ਕਿਹਦੀ ਗੱਲ ਮੰਨੋਗੇ, ਲੋਕਾਂ ਦੀ ਮੰਨੋਗੇ ਜਾਂ ਗੁਰੂ ਅਰਜਨ ਸਾਹਿਬ ਦੀ ਮੰਨੋਗੇ? ਕਿਉਂਕਿ ਅੱਜ ਤੱਕ ਇਹੋ ਕਿਹਾ ਜਾਂਦਾ ਰਿਹਾ ਕਿ ਭਗਤ ਧੰਨੇ ਨੇ ਪੱਥਰ 'ਚੋਂ ਰੱਬ ਪਾਇਆ, ਪਰ ਗੁਰੂ ਅਰਜਨ ਸਾਹਿਬ ਜੀ ਕੀ ਕਹਿ ਰਹੇ ਨੇ? ਅਸੀਂ ਤੇ ਗੱਲ ਗੁਰੂ ਦੀ ਮੰਨਣੀ ਹੈ ਨਾ। ਕਹਿਣ ਨੂੰ ਤੇ ਲੋਕ ਜੋ ਮਰਜੀ ਕਹਿੰਦੇ ਨੇ, ਕਹਿਣ ਨੂੰ ਲੋਕਾਂ ਨੇ ਵੀ ਕਿਹਾ ਸੀ, ਕੋਈ ਆਖਿਆ ਭੂਤ ਨਾ ਕੋ ਕਹਿ ਬਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ, ਕਈਆਂ ਨੇ ਬਾਬੇ ਨਾਨਕ ਨੂੰ ਕਈ ਕੁਛ ਕਿਹਾ। ਲੋਕਾਂ ਨੂੰ ਨਾ ਪੁੱਛੋ, ਜਦੋਂ ਪੁੱਛਣਾ ਗੁਰੂ ਨੂੰ ਪੁੱਛੋ। ਗੁਰੂ ਅਰਜਨ ਸਾਹਿਬ ਕਹਿੰਦੇ ਪੁੱਤ ਆ ਮੈਂ ਤੈਨੂੰ ਦਾਦਾ ਕਿੱਦਾਂ ਰੱਬ ਮਿਲਿਆ। ਕਹਿੰਦੇ ਇਹ ਬਿੱਦ ਸੁਣ ਕੇ, ਬਿੱਦ ਦਾ ਅਰਥ ਜਿਹੜੀ ਮੈਂ ਪਹਿਲੀਆਂ ਤਰੀਕਾ ਦੱਸ ਦਿੱਤੀਆਂ ਤੁਹਾਨੂੰ, ਆਹ ਤਰੀਕਾ ਸੀ ਜਿਹੜਾ ਸੁਣ ਕੇ ਭਗਤ ਧੰਨਾ ਰੱਬ ਦੇ ਪਾਸੇ ਲੱਗਾ। ਇਹ ਬਿੱਦ ਸੁਣ ਕੇ ਜਾਟਰੋ
उठ भगती लागा। फिर सतगुरु मिलिया कि कह लगे मिले प्रतख गुसाया, गुसाइयाँ कह लगे उन्होंने प्रतख तौर पर परमात्मा मिल पिया। हुण ये असीं कई बारी अर्थ ना ज़्यादा ज्ञान दे विच कर जाने, नहीं जी उन्होंने हर दे विच रब दिख पिया, ठीक है, पर प्रतख का अर्थ हुंदा साक्षात, उन्होंने प्रतख रूप दे विच परमात्मा दे दीदार हो गए। होए कित्थों? संगत दे विचों उठ भगती लागा। पत्थर दे विचों भगत धन्ने ने रब नूं नहीं, संगत दे विचों बंदगी दे विचों रब नूं भगत धन्ना जी ने पाया है। असीं भी तो रब नक रगड़न दे विचों लभदे आ ना, किते लंगर ला दिते, किते नक गोडा रगड़ दिता, किते चौल चढ़ा दिते, किते कुछ चढ़ा दिता, पर रब बंदगी करके ही मिलना है। बाकी कर्म तुसीं जिन्ने मर्जी करी जाओ। यह बिद सुन के जाट रो उठ भगती लागा, मिले प्रतख गुसाइयां धन्ना वडभागा। जेड़े भगत धन्ना जी नूं बामण ये गल कहिंदा सी कि धन्निया तैनूं रब नहीं मिला, तूं शूदर है, तैनूं पता नहीं किन्ना क समा लग जावे। उन्होंने गुरु अर्जन साहब कहते वड्डियां भागां वाला हो गया धन्ना जिन्हों पत्थर दे विचों रब नहीं मिलिया, जदों उन्हें बंदगी की थी उन्होंने प्रतख परमात्मा दी दीदार हो गए। यह बिद सुन के जट रो उठ भगती लागा, मिले प्रतख गुसाइयां धन्ना वडभागा। भगत धन्ना जी वड्डियां भागां वाले हो गए, क्योंकि उन्होंने प्रतख परमात्मा दे संगत दे विचों नाम जपन दे नाल दीदार हो गए। सो ये सी पावन शब्द दे विचार। ये शब्द विच देण दा दोवां शब्दां दे विच भगत धन्ना जी के दो शब्दों के विचकार ये शब्द देने का मकसद गुरु अर्जन साहब का इहो ही है कि भलिया तू भुलेखा ना खावी, गल तू परमात्मा की करनी है, पत्थर नूं पूजन वाले पासे ना चल जी। अज भी सानू ये भुलेखा पाया जाता। मैं कुछ वीडियो देखदा है कि जेड़े गुरु घर दे विच ये गल कही जाती है कि बुत पूज पूज हिंदू मूए, तुर्क मूए सिरनाई, ओएले जारे ओएले गाडे, तेरी गत दूहू ना पाई। याद रखियो उही वो सिख जेड़े ने साडे शहीद सिंघां दीआं मूर्तियां बना के उन्हां नूं कच्ची लस्सी दे नाल नवाउंदे हुंदे ने। हो सकता मेरी गल कईयां नूं कौड़ी लगे, पर यह गुरमत के अनुकूल नहीं। गुरमत इन्हां चीज़ों का विरोध करती, इन्हां नूं मनदी ही नहीं। अज बहुत थावां ते तुसीं वेखोगे कि जिहड़े रब दे प्यारे जिन्हां बंदगी की, जिन्हां खुद नाम जपिया, उन्हां दीआं मूर्तियां बना के धो के ते जल छकिया जाता है। इहो जिहे भुलेखे चों निकल के नाम जपीए, नाम जपन दे नाल ही साडे सारिਆਂ दा भला होना है। सो अज ये शब्द दे गुरु अर्जन साहब जी दे कहण दा भाव इन्ना की है कि भलिया भगत धन्ना जी नूं जिहड़ा परमात्मा है वह पत्थर दे विचों नहीं, संगत दे विचों मिलिया है। सो गुरु साहब की गल नूं असीं लास्ट स्टेटमेंट समझ के जरूर ये विच अमल करके अपनी जिंदगी च ये गल पक्की कर लिओ कि रब जिहड़ा पत्थरां दे विचों नहीं, रब नाम जपन दे नाल मिलदा है। इन्नियां बेनतियां प्रवान होईयां भुलां गलतियां दी खिमा। आओ पावन पंक्तियां दा जाप सरवण करके समाप्ति करिए। एह बिद सुन कै जाट रो उठ भगती लागा, मिले पर तख गुसाइयां धन्ना वडभागा। वाहिगुरु जी का खालसा, वाहिगुरु जी